ਅੱਜ ਦੀ ਇਸ ਵੀਡੀਓ ਰਾਹੀਂ ਅਸੀਂ 3 ਜੁਲਾਈ 2020 ਸ਼੍ਰੇਣੀ 7ਵੀਂ ਦਾ ਜੋ ਕੰਮ ਆਇਆ ਡੇਲੀ ਡੋਜ਼ ਦਾ ਉਹ ਕਰਾਂਗੇ। ਅੱਜ ਅਸੀਂ 7ਵੀਂ ਸ਼੍ਰੇਣੀ ਦਾ ਪਾਠ ਨੰਬਰ 22 ਲੋਕਤੰਤਰ ਬਾਰੇ ਕਰਾਂਗੇ। ਜਿਵੇਂ ਕਿ ਪਾਠ ਨੰਬਰ 21 ਹੈ ਉਹ ਲੋਕਤੰਤਰ ਅਤੇ ਸਮਾਨਤਾ ਬਾਰੇ ਹੈ। ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਲੋਕਤੰਤਰ ਇੱਕ ਸਰਕਾਰ ਦਾ ਰੂਪ ਹੈ ਜਿਸ ਨੂੰ ਲੋਕਾਂ ਲਈ, ਲੋਕਾਂ ਲਈ ਅਤੇ ਲੋਕਾਂ ਦੁਆਰਾ ਸ਼ਬਦ ਵਰਤੇ ਹਨ। ਅਮਰੀਕਾ ਦੇ 16ਵੇਂ ਰਾਸ਼ਟਰਪਤੀ ਇਬਰਾਹਿਮ ਲਿੰਕਨ ਨੇ, ਜੋ ਕਿ 1861 ਤੋਂ ਲੈ ਕੇ 1865 ਤੱਕ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਰਹੇ ਸਨ। ਉਹਨਾਂ ਨੇ ਲੋਕਤੰਤਰ ਦੀ ਇਹ ਪਰਿਭਾਸ਼ਾ ਦਿੱਤੀ ਸੀ, ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ। ਅਤੇ ਨਾਲ ਉਸ ਤੋਂ ਬਾਅਦ ਕਿਹਾ ਗਿਆ ਕਿ ਸਮਾਨਤਾ ਅਤੇ ਸੁਤੰਤਰਤਾ ਲੋਕਤੰਤਰ ਦੇ ਦੋ ਮੁੱਢਲੇ ਥੰਮ ਹਨ। ਇਹਨਾਂ ਤੋਂ ਬਿਨਾਂ ਲੋਕਤੰਤਰ ਸੰਭਵ ਨਹੀਂ ਹੈ, ਕਿਉਂਕਿ ਪਹਿਲਾਂ ਕਹਿਣ ਨੂੰ ਤਾਂ ਲੋਕਤੰਤਰ ਦੀ ਸਥਾਪਨਾ ਹੋ ਗਈ ਸੀ। ਜਿਵੇਂ ਕਿ ਸਾਨੂੰ ਪਤਾ ਹੈ, ਲੋਕਤੰਤਰ ਦੀ ਸਥਾਪਨਾ ਗ੍ਰੀਕ ਦੇ ਸ਼ਹਿਰ ਐਥਨਜ਼ ਵਿਖੇ ਹੋਈ ਸੀ। ਪਰ ਜੋ ਸਾਡਾ ਜਿਹੜਾ ਆਧੁਨਿਕ ਲੋਕਤੰਤਰ ਹੈ ਉਸ ਦੀ ਸਥਾਪਨਾ ਯੂਰਪ ਵਿੱਚ ਹੋਈ ਸੀ, ਕਿਉਂਕਿ 17ਵੀਂ ਸਦੀ ਵਿੱਚ ਇੰਗਲੈਂਡ ਦੀ ਕ੍ਰਾਂਤੀ ਹੋਈ ਅਤੇ 18ਵੀਂ ਸਦੀ ਵਿੱਚ ਫਰਾਂਸ ਦੀ ਕ੍ਰਾਂਤੀ ਹੋਈ। ਇਹਨਾਂ ਦੋ ਕ੍ਰਾਂਤੀਆਂ ਦੇ ਕਾਰਨ ਸਾਡੇ ਸੰਸਾਰ ਨੇ ਲੋਕਤੰਤਰ ਦੇ ਵੱਲ ਪੈਰ ਧਰਿਆ। ਫਿਰ ਉਸ ਤੋਂ ਬਾਅਦ ਲੋਕਤੰਤਰ ਤਾਂ ਹੋ ਗਿਆ, ਲੋਕਾਂ ਦਾ ਤੰਤਰ ਤਾਂ ਹੋ ਗਿਆ, ਪਰ ਜੋ ਵੋਟ ਪਾਉਣ ਦਾ ਅਧਿਕਾਰ ਸੀ ਉਹ ਕੁਝ ਹੀ ਲੋਕਾਂ ਤੱਕ ਸੀਮਿਤ ਸੀ। ਔਰਤਾਂ ਨੂੰ ਤਾਂ ਵੋਟ ਪਾਉਣ ਦਾ ਅਧਿਕਾਰ ਹੀ ਮਿਲਿਆ ਹੀ ਨਹੀਂ ਸੀ। ਤਾਂ ਹੌਲੀ ਹੌਲੀ ਇਹ ਵੀ ਆਵਾਜ਼ ਉੱਠਣ ਲੱਗੀ ਕਿ ਸਮਾਨਤਾ ਅਤੇ ਸੁਤੰਤਰਤਾ ਲੋਕਤੰਤਰ ਦੇ ਦੋ ਥੰਮ ਹਨ। ਤਾਂ ਜੋ ਵੋਟ ਪਾਉਣ ਦਾ ਅਧਿਕਾਰ ਹੈ ਉਹ ਵੀ ਸਮਾਨਤਾ ਦੇ ਅਧਿਕਾਰ ਦੇ ਅਧੀਨ ਹੀ ਆਉਂਦਾ ਹੈ। ਤਾਂ ਹੌਲੀ ਹੌਲੀ ਔਰਤਾਂ ਨੂੰ ਵੀ, ਹਰੇਕ ਵਿਅਕਤੀ ਨੂੰ, ਜਿਸ ਨੂੰ ਅਸੀਂ ਅੱਜ ਕੱਲ੍ਹ ਸਰਬ ਵਿਆਪਕ ਮਤ ਅਧਿਕਾਰ ਕਹਿੰਦੇ ਹਾਂ, ਇਸ ਅਧਿਕਾਰ ਦੀ ਪਾਲਣਾ ਹੋਣ ਲੱਗੀ। ਤਾਂ ਫਿਰ ਅਸੀਂ ਜੋ ਅੱਜ ਕੰਮ ਕਰਨਾ ਹੈ, ਅੱਜ ਅਸੀਂ ਕਰਨਾ ਹੈ ਪਾਠ ਨੰਬਰ 22 ਦੇ ਬਾਰੇ। ਆਧੁਨਿਕ ਯੁੱਗ ਵਿੱਚ ਵਧੇਰੇ ਦੇਸ਼ਾਂ ਵਿੱਚ ਲੋਕਤੰਤਰੀ ਸਰਕਾਰ ਹੈ, ਕਿਉਂਕਿ ਲੋਕਤੰਤਰ ਲੋਕਾਂ ਦਾ ਤੰਤਰ, ਲੋਕ ਰਾਜ। ਤਾਂ ਜੋ ਅੱਜ ਕੱਲ੍ਹ ਸਾਡੇ ਖਾਸ ਕਰ ਜਿਹੜੇ ਦੇਸ਼ ਪਹਿਲਾਂ ਗੁਲਾਮ ਸਨ ਅਤੇ ਬਾਅਦ ਵਿੱਚ ਆਜ਼ਾਦ ਹੋਏ, ਤਾਂ ਉਹਨਾਂ ਸਾਰੇ ਦੇਸ਼ਾਂ ਵਿੱਚ ਲਗਭਗ ਲੋਕਤੰਤਰੀ ਸਰਕਾਰ ਹੀ ਹੈ। ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਵੱਲੋਂ ਹੁੰਦੀ ਹੈ। ਇਹ ਸ਼ਬਦ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਇਬਰਾਹਿਮ ਲਿੰਕਨ ਦੇ ਹਨ, ਜਿਨ੍ਹਾਂ ਨੇ ਇਹ ਸ਼ਬਦ ਦਿੱਤੇ ਸਨ। ਲੋਕਾਂ ਵੱਲੋਂ ਚੁਣੇ ਗਏ ਪ੍ਰਤੀਨਿਧ ਹੀ ਕਾਨੂੰਨ ਬਣਾਉਂਦੇ ਹਨ ਅਤੇ ਕਾਨੂੰਨ ਨੂੰ ਕਾਰਜਪਾਲਿਕਾ ਰਾਹੀਂ ਲਾਗੂ ਕਰਾਉਂਦੇ ਹਨ। ਕਿਉਂਕਿ ਜਦੋਂ ਲੋਕਤੰਤਰ ਦਾ ਮੁੱਢ ਵੱਜਿਆ ਸੀ ਤਾਂ ਉਦੋਂ ਸਿੱਧਾ ਲੋਕਤੰਤਰ ਸੀ, ਪ੍ਰਤੱਖ ਲੋਕਤੰਤਰ ਸੀ, ਡਾਇਰੈਕਟ ਡੈਮੋਕ੍ਰੇਸੀ ਸੀ। ਭਾਵ ਲੋਕ ਇੱਕ ਥਾਂ 'ਤੇ ਇਕੱਠੇ ਹੁੰਦੇ ਅਤੇ ਉੱਥੇ ਜੋ ਫੈਸਲੇ ਕਰਨੇ ਹੁੰਦੇ ਉਹ ਕਰ ਲੈਂਦੇ ਸਨ। ਪਰ ਹੌਲੀ ਹੌਲੀ ਆਬਾਦੀ ਵੱਧਦੀ ਗਈ। ਜਿਵੇਂ ਸਾਡਾ ਭਾਰਤ ਜਨਸੰਖਿਆ ਦੇ ਪੱਖੋਂ ਸੰਸਾਰ ਦੇ ਵਿੱਚ ਚੀਨ ਤੋਂ ਬਾਅਦ ਦੂਜੇ ਨੰਬਰ 'ਤੇ ਆਉਂਦਾ। ਚਾਈਨਾ ਤੋਂ ਬਾਅਦ ਸਾਡਾ ਭਾਰਤ ਜਨਸੰਖਿਆ ਦੇ ਪੱਖੋਂ ਦੂਜੇ ਨੰਬਰ 'ਤੇ ਆਉਂਦਾ। ਤਾਂ ਭਾਰਤ ਦੇ ਵਿੱਚ ਪ੍ਰਤੱਖ ਲੋਕਤੰਤਰ ਦਾ ਹੋਣਾ ਸੰਭਵ ਨਹੀਂ ਹੈ। ਤਾਂ ਫਿਰ ਹੌਲੀ ਹੌਲੀ ਕੀ ਹੋਇਆ, ਲੋਕਾਂ ਨੇ ਆਪਣੇ ਪ੍ਰਤੀਨਿਧੀ ਆਪਣੇ ਵੱਲੋਂ ਕੁਝ ਬੰਦਿਆਂ ਨੂੰ, ਕੁਝ ਵਿਅਕਤੀਆਂ ਨੂੰ ਚੁਣਦੇ ਅਤੇ ਉਹ ਸਾਰੇ ਲੋਕਾਂ ਦੇ ਵੱਲੋਂ ਕਾਨੂੰਨ ਬਣਾਉਂਦੇ। ਤਾਂ ਲੋਕਾਂ ਵੱਲੋਂ ਚੁਣੇ ਗਏ ਪ੍ਰਤੀਨਿਧ ਹੀ ਕਾਨੂੰਨ ਬਣਾਉਂਦੇ ਹਨ ਅਤੇ ਕਾਨੂੰਨ ਨੂੰ ਕਾਰਜਪਾਲਿਕਾ ਰਾਹੀਂ ਲਾਗੂ ਕਰਾਉਂਦੇ ਹਨ। ਭਾਰਤ ਵਿੱਚ ਪ੍ਰਤੀਨਿਧ ਲੋਕਤੰਤਰ ਹੈ, ਕਿਉਂਕਿ ਸਰਕਾਰ ਦੇ 3 ਅੰਗ ਹੁੰਦੇ ਹਨ ਲੋਕਤੰਤਰੀ ਸਰਕਾਰ ਦੇ: ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ। ਵਿਧਾਨਪਾਲਿਕਾ ਭਾਵ ਸੰਸਦ। ਸਾਡੇ ਭਾਰਤ ਵਿੱਚ ਸੰਸਦ ਹੈ। ਤਾਂ ਅਸੀਂ ਸੰਸਦ ਦੇ ਮੈਂਬਰ, ਜੋ ਲੋਕ ਸਭਾ ਦੇ ਮੈਂਬਰ ਨੇ, ਸੰਸਦ ਦੇ ਦੋ ਹਿੱਸੇ ਲੋਕ ਸਭਾ ਅਤੇ ਰਾਜ ਸਭਾ ਹੁੰਦੇ ਹਨ। 2 ਸਦਨ ਹੁੰਦੇ ਹਨ, ਲੋਕ ਸਭਾ ਅਤੇ ਰਾਜ ਸਭਾ। ਲੋਕ ਸਭਾ ਲੋਕਾਂ ਦੀ ਸਭਾ। ਜੋ ਲੋਕ ਸਭਾ ਦੇ MP ਨੇ ਉਹ ਅਸੀਂ ਚੁਣ ਕੇ ਭੇਜਦੇ ਹਾਂ, ਉਹ ਸਾਡੇ ਪ੍ਰਤੀਨਿਧੀ ਹੁੰਦੇ ਨੇ। ਜੋ ਰਾਜ ਸਭਾ ਰਾਜਾਂ ਦੀ ਸਭਾ, ਉਸ ਵਿੱਚ ਜੋ ਸਾਡੇ
ਸਟੇਟਸ ਦੇ MLA ਵਿਧਾਨ ਸਭਾਵਾਂ ਦੇ ਮੈਂਬਰ ਹੁੰਦੇ ਨੇ, ਉਹ ਰਾਜ ਸਭਾ ਦੇ ਮੈਂਬਰਾਂ ਨੂੰ ਚੁਣ ਕੇ ਭੇਜਦੇ ਹਨ। ਤਾਂ ਕਰਕੇ ਭਾਰਤ ਵਿੱਚ ਪ੍ਰਤੀਨਿਧ ਲੋਕਤੰਤਰ ਭਾਵ ਭਾਰਤ ਦੇ ਜਿਹੜੇ ਲੋਕ ਨੇ ਉਹ ਆਪਣੇ ਪ੍ਰਤੀਨਿਧ ਚੁਣ ਕੇ ਲੋਕ ਸਭਾ ਵਿੱਚ ਭੇਜਦੇ ਹਨ, ਤਾਂ ਕਿ ਸਰਕਾਰ ਦੇ 3 ਅੰਗ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ, ਜੋ ਸਾਡੀ ਸੰਸਦ ਹੈ ਉਹ ਵਿਧਾਨਪਾਲਿਕਾ ਹੈ। ਜਿਵੇਂ ਕਿ ਸਾਡੀ ਸੰਸਦ ਵਿਧਾਨਪਾਲਿਕਾ ਹੈ, ਸਾਡੀ ਸੰਸਦ ਦੇ 2 ਸਦਨ ਹਨ, ਲੋਕ ਸਭਾ ਅਤੇ ਰਾਜ ਸਭਾ। ਲੋਕ ਸਭਾ ਭਾਵ ਲੋਕਾਂ ਦੀ ਸਭਾ, ਉਸਦੇ ਅਸੀਂ MP ਚੁਣ ਕੇ ਭੇਜਦੇ ਹਾਂ। ਜਿਵੇਂ ਸਾਡੇ MP ਅਸੀਂ ਕਹਿੰਦੇ ਹਾਂ MP ਦੀਆਂ ਵੋਟਾਂ, ਲੋਕ ਸਭਾ ਦੀਆਂ ਵੋਟਾਂ ਆ ਗਈਆਂ, ਸਾਡੇ ਪੰਜਾਬ ਦੇ ਵਿੱਚੋਂ ਅਸੀਂ 13 MP ਚੁਣ ਕੇ ਭੇਜਦੇ ਹਾਂ। ਤਾਂ ਫਿਰ ਕਾਰਜਪਾਲਿਕਾ, ਜਦੋਂ ਲੋਕ ਸਭਾ ਦੇ ਵਿੱਚ ਜਿਹੜੀ ਪਾਰਟੀ ਨੂੰ, ਜਿਹੜੇ ਦਲ ਨੂੰ ਬਹੁਮਤ ਮਿਲ ਜਾਂਦਾ ਹੈ, ਜਿਵੇਂ ਕਿ ਸਾਡੇ ਪੰਜਾਬ ਦੇ, ਸਾਡੇ ਭਾਰਤ ਦੀ ਜੋ ਲੋਕ ਸਭਾ ਹੈ ਉਸ ਦੇ ਕੁੱਲ ਮੈਂਬਰ 545 ਹਨ, ਜਿਨ੍ਹਾਂ ਵਿੱਚੋਂ 543 ਮੈਂਬਰਾਂ ਦੀ ਤਾਂ ਚੋਣ ਕੀਤੀ ਜਾਂਦੀ ਹੈ ਅਤੇ 2 ਮੈਂਬਰਾਂ ਨੂੰ ਸਾਡਾ ਰਾਸ਼ਟਰਪਤੀ ਨਾਮਜ਼ਦ ਕਰਦਾ ਹੈ ਐਂਗਲੋ ਇੰਡੀਅਨ ਜਾਤੀ ਦੇ ਵਿੱਚੋਂ। ਤਾਂ ਜੋ 543 ਮੈਂਬਰਾਂ ਦੇ ਅੱਧ ਜੋ 273 74 ਸੀਟਾਂ ਜਿੱਤ ਜਾਂਦਾ ਹੈ, ਉਸ ਦੀ ਲੋਕ ਸਭਾ ਵਿੱਚ ਸਰਕਾਰ ਬਣ ਜਾਂਦੀ ਹੈ। ਤਾਂ ਉਸ ਦੇ ਲੋਕ ਸਭਾ ਦੀ, ਜਿਸ ਨੂੰ ਲੋਕ ਸਭਾ ਵਿੱਚ ਬਹੁਮਤ ਮਿਲਦਾ ਹੈ, ਉਸ ਦਲ ਦੀ ਸਰਕਾਰ ਬਣਦੀ ਹੈ ਅਤੇ ਉਸ ਦਲ ਦਾ ਪ੍ਰਧਾਨ ਮੰਤਰੀ ਬਣਦਾ ਹੈ। ਤਾਂ ਪ੍ਰਧਾਨ ਮੰਤਰੀ ਅਤੇ ਉਸ ਦੇ ਮੰਤਰੀ ਪਰਿਸ਼ਦ ਨੂੰ ਅਸੀਂ ਕਾਰਜਪਾਲਿਕਾ ਕਹਿੰਦੇ ਹਾਂ, ਕਿਉਂਕਿ ਲੋਕ ਸਭਾ ਦੇ ਵਿੱਚ ਤਾਂ ਸਾਰੀਆਂ ਦਲਾਂ ਦੇ ਹੀ, ਕਿਉਂਕਿ ਸੰਸਦ ਦੇ ਵਿੱਚ ਤਾਂ ਲੋਕ ਸਭਾ ਅਤੇ ਰਾਜ ਸਭਾ, ਲੋਕ ਸਭਾ ਸਾਰੇ ਦਲਾਂ ਦੇ ਹੀ ਵਿਰੋਧੀ ਧਿਰ ਦੇ ਨੇਤਾ ਵੀ ਹੁੰਦੇ ਹਨ, ਸਾਰੀਆਂ ਹੀ ਪਾਰਟੀਆਂ ਹੁੰਦੀਆਂ ਹਨ। ਤਾਂ ਕਰਕੇ ਸਾਡੀ ਸੰਸਦ ਦੇ ਵਿੱਚ ਤਾਂ ਕੋਈ ਕਾਨੂੰਨ ਪਾਸ ਕੀਤਾ ਜਾਂਦਾ ਹੈ, ਕੋਈ ਵਿਧਾਨ ਬਣਦਾ ਹੈ। ਫਿਰ ਜੋ ਕਾਰਜਪਾਲਿਕਾ ਹੈ, ਪ੍ਰਧਾਨ ਮੰਤਰੀ ਅਤੇ ਉਸ ਦਾ ਮੰਤਰੀ ਪਰਿਸ਼ਦ, ਉਹ ਉਸ ਕਾਨੂੰਨ ਨੂੰ ਲਾਗੂ ਕਰਦਾ ਹੈ। ਫਿਰ ਸਾਡੀ ਸਰਕਾਰ ਦਾ ਅੰਗ ਆ ਜਾਂਦਾ ਹੈ ਨਿਆਂਪਾਲਿਕਾ, ਸਾਡਾ ਸੁਪਰੀਮ ਕੋਰਟ। ਸਾਡਾ ਸੁਪਰੀਮ ਕੋਰਟ ਸਭ ਤੋਂ ਵੱਡੀ ਸਰਵਉੱਚ ਅਦਾਲਤ ਹੈ, ਜੋ ਇਹ ਦੇਖਦਾ ਹੈ ਕਿ ਸਾਡੀ ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਸੰਵਿਧਾਨ ਦੇ ਅਨੁਸਾਰ ਕਾਨੂੰਨ ਬਣਾ ਰਹੀ ਹੈ ਅਤੇ ਕਾਨੂੰਨ ਨੂੰ ਲਾਗੂ ਕਰ ਰਹੀ ਹੈ ਜਾਂ ਨਹੀਂ। ਇਸ ਤਰ੍ਹਾਂ ਭਾਰਤ ਵਿੱਚ ਪ੍ਰਤੀਨਿਧ ਲੋਕਤੰਤਰ ਹੈ, ਲੋਕ ਆਪਣੇ ਪ੍ਰਤੀਨਿਧਾਂ ਨੂੰ ਚੁਣ ਕੇ ਭੇਜਦੇ ਹਨ। ਭਾਰਤ ਵਿੱਚ ਚੋਣ ਪ੍ਰਕਿਰਿਆ ਲਈ ਇੱਕ ਸੁਤੰਤਰ ਸੰਸਥਾ ਚੋਣ ਕਮਿਸ਼ਨ ਬਣਾਈ ਗਈ ਹੈ, ਜੋ ਨਿਆਂਪੂਰਨ ਚੋਣਾਂ ਕਰਾਉਂਦੀ ਹੈ। ਸਾਡੇ ਚੋਣ ਕਮਿਸ਼ਨ ਹੈ ਜੋ ਨਿਆਂਪੂਰਕ, ਜਿਵੇਂ ਸਾਡਾ ਵਰਤਮਾਨ ਚੋਣ ਕਮਿਸ਼ਨ 43ਵਾਂ ਚੋਣ ਕਮਿਸ਼ਨ ਸੁਨੀਲ ਅਰੋੜਾ ਹੈ। ਸਾਡੇ ਵਰਤਮਾਨ ਸਮੇਂ ਜੋ ਚੋਣ ਕਮਿਸ਼ਨ ਹੈ ਉਹ 3 ਮੈਂਬਰੀ ਹੈ, ਜਿਸ ਦੇ ਵਿੱਚ ਇੱਕ ਮੁੱਖ ਚੋਣ ਕਮਿਸ਼ਨਰ ਅਤੇ 2 ਸਹਾਇਕ ਚੋਣ ਕਮਿਸ਼ਨਰ ਹੁੰਦੇ ਹਨ। ਜੋ ਸਾਡਾ ਵਰਤਮਾਨ ਸਮੇਂ 23ਵਾਂ ਸਾਡਾ ਮੁੱਖ ਚੋਣ ਕਮਿਸ਼ਨਰ ਹੈ ਉਹ ਹੈ ਸੁਨੀਲ ਅਰੋੜਾ। ਤਾਂ ਜੋ ਚੋਣ ਕਮਿਸ਼ਨ ਹੈ ਵਰਤਮਾਨ ਸਮੇਂ 3 ਮੈਂਬਰੀ ਹੈ। ਚੋਣ ਕਮਿਸ਼ਨ ਦੇਸ਼ ਵਿੱਚ ਹਰ ਪੱਧਰ 'ਤੇ ਕੇਂਦਰੀ ਸੰਸਦ, ਲੋਕ ਸਭਾ ਅਤੇ ਰਾਜ ਸਭਾ, ਰਾਜ ਵਿਧਾਨ ਸਭਾਵਾਂ ਅਤੇ ਸਥਾਨਕ ਨਗਰਪਾਲਿਕਾ ਪੰਚਾਇਤਾਂ, ਸੰਸਥਾਵਾਂ ਅਤੇ ਨਿਗਮਾਂ ਦੀ ਚੋਣ ਕਰਾਉਂਦਾ ਹੈ। ਜੋ ਚੋਣ ਕਮਿਸ਼ਨ ਹੈ ਉਹ ਨਿਰਪੱਖ, ਉਹ ਕਿਸੇ ਦਲ ਦਾ ਪੱਖ ਨਹੀਂ ਪੂਰਦਾ, ਨਾ ਹੀ ਜਿਸ ਦਲ ਦੀ ਸਰਕਾਰ ਹੈ ਉਸ ਦਾ ਪੱਖ ਪੂਰਦਾ ਹੈ। ਉਹ ਬਿਲਕੁਲ ਨਿਰਪੱਖ ਚੋਣਾਂ ਕਰਾਉਂਦਾ ਹੈ। ਚੋਣਾਂ ਦਾ ਇੱਕ ਹੋਰ ਨਿਖੜਵਾਂ ਹਿੱਸਾ ਜੋ ਸਾਡਾ ਚੋਣ ਕਮਿਸ਼ਨ ਹੈ, ਉਸ ਦੀ ਨਿਯੁਕਤੀ ਸਾਡਾ ਰਾਸ਼ਟਰਪਤੀ ਕਰਦਾ ਹੈ, ਤਾਂ ਜੋ ਉਹ ਨਿਰਪੱਖ ਚੋਣਾਂ ਕਰਾ ਸਕੇ, ਕਿਸੇ ਰਾਜਨੀਤਿਕ ਦਲ ਦੇ ਪ੍ਰਭਾਵ ਹੇਠ ਨਾ ਆਵੇ। ਚੋਣ ਕਮਿਸ਼ਨ ਦੇਸ਼ ਵਿੱਚ ਹਰ ਪੱਧਰ 'ਤੇ ਜੋ ਚੋਣਾਂ ਨੇ ਉਹ ਕਰਾਉਂਦਾ ਹੈ। ਚੋਣਾਂ ਦਾ ਇੱਕ ਹੋਰ ਨਿਖੜਵਾਂ ਹਿੱਸਾ ਦੇਸ਼ ਦੇ ਰਾਜਨੀਤਿਕ ਦਲ ਹੁੰਦੇ ਹਨ, ਕਿਉਂਕਿ ਚੋਣਾਂ ਕਰਾਊ ਕਿਸ ਦੀਆਂ, ਉਹ ਇਲੈਕਸ਼ਨ ਕਿਸ ਦੀਆਂ ਕਰਾਊ। ਇਲੈਕਸ਼ਨ ਦੇ ਵਿੱਚ ਵੱਖਰੇ ਇਲੈਕਸ਼ਨ ਦੇ ਵਿੱਚ ਵੱਖ-ਵੱਖ ਪੋਲੀਟੀਕਲ ਪਾਰਟੀਜ਼ ਹੁੰਦੀਆਂ ਹਨ। ਜਿਵੇਂ ਸਾਡੇ ਪੰਜਾਬ ਦੇ ਵਿੱਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ। ਸਾਡੇ ਪੰਜਾਬ ਦੇ ਵਿੱਚ ਵਰਤਮਾਨ ਸਮੇਂ ਕਾਂਗਰਸ ਸਰਕਾਰ ਦੀ ਪਾਰਟੀ ਹੈ ਅਤੇ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਹਨ। ਅਤੇ ਜਿਵੇਂ ਸਾਡੇ ਭਾਰਤ ਦੇ ਵਿੱਚ BJP, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਤੇ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹਨ। ਤਾਂ ਇਸ ਤਰ੍ਹਾਂ ਜੋ ਚੋਣ ਕਮਿਸ਼ਨਰ ਹੈ ਉਹ ਚੋਣਾਂ ਕਰਾਉਂਦਾ ਹੈ, ਪਰ ਚੋਣਾਂ ਦੇ ਲਈ ਜੋ ਇੱਕ ਨਿਖੜਵਾਂ ਹਿੱਸਾ ਹੈ ਉਹ ਹੈ ਦੇਸ਼ ਦੇ ਰਾਜਨੀਤਿਕ ਦਲ ਚੋਣਾਂ ਲਈ ਉਮੀਦਵਾਰ ਨਾਮਜ਼ਦ ਕਰਦੇ ਹਨ ਅਤੇ ਪ੍ਰਤੀਨਿਧਾਂ ਦੀ ਚੋਣ ਲੜਨ ਵਿੱਚ ਮਦਦ ਕਰਦੇ ਹਨ।
ਰਾਜਨੀਤਿਕ ਦਲ ਜਿਸ ਆਪਣੇ ਵਿਅਕਤੀ ਦੇ ਉੱਤੇ, ਆਪਣੇ ਉਮੀਦਵਾਰ ਦੇ ਉੱਤੇ ਭਰੋਸਾ ਹੁੰਦਾ ਹੈ ਕਿ ਇਹ ਲੋਕਾਂ ਦਾ ਦਿਲ ਜਿੱਤ ਲਵੇਗਾ ਅਤੇ ਇਸ ਨੇ ਲੋਕਾਂ ਦੇ ਕੰਮ ਕੀਤੇ ਹਨ, ਲੋਕ ਇਸ ਦਾ ਚਿਹਰਾ ਪਛਾਣਦੇ ਹਨ, ਤਾਂ ਰਾਜਨੀਤਿਕ ਦਲ ਉਸ ਵਿਅਕਤੀ ਨੂੰ ਆਪਣਾ ਉਮੀਦਵਾਰ ਨਾਮਜ਼ਦ ਕਰਦੇ ਹਨ ਅਤੇ ਚੋਣ ਮੈਨੀਫੈਸਟੋ ਦੇ ਵਿੱਚ ਰਾਜਨੀਤਿਕ ਦਲ ਆਪਣੇ ਵਾਅਦੇ ਕਰਦੇ ਹਨ ਵੀ ਅਸੀਂ ਆਹ ਕਰਾਂਗੇ, ਅਸੀਂ ਐਵੇਂ ਕਰਾਂਗੇ, ਅਤੇ ਜੋ ਪਹਿਲਾਂ ਮੌਜੂਦਾ ਸਰਕਾਰ ਹੈ ਉਸ ਦੀ ਆਲੋਚਨਾ ਵੀ ਕਰਦੇ ਹਨ। ਤਾਂ ਇਸ ਤਰ੍ਹਾਂ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਰਾਜਨੀਤਿਕ ਦਲ ਪੂਰੀ ਉਸ ਦੀ ਮਦਦ ਕਰਦੇ ਹਨ। ਕੁਐਸਚਨ ਆਨਸਰ, ਲੋਕਤੰਤਰੀ ਸਰਕਾਰ ਕਿਸ ਨੂੰ ਆਖਦੇ ਹਨ? ਤੁਹਾਨੂੰ ਪਤਾ ਹੈ ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ। ਭਾਰਤ ਵਿੱਚ ਚੋਣਾਂ ਕਰਾਉਣ ਲਈ ਕਿਹੜੀ ਸੰਸਥਾ ਹੈ? ਚੋਣ ਕਮਿਸ਼ਨ। ਜੇਕਰ ਤੁਹਾਨੂੰ ਕੁਐਸਚਨ ਹੈ ਜੀ ਕਿੰਨੇ ਮੈਂਬਰੀ ਹੈ? 3 ਮੈਂਬਰੀ। ਵਰਤਮਾਨ ਸਾਡਾ ਚੋਣ ਕਮਿਸ਼ਨ ਕੌਣ ਹੈ? ਸੁਨੀਲ ਅਰੋੜਾ। ਹੇਠ ਲਿਖਿਆ ਖਾਲੀ ਸਥਾਨ ਭਰੋ। ਆਧੁਨਿਕ ਯੁੱਗ ਵਿੱਚ ਅਧਿਕ ਦੇਸ਼ਾਂ ਵਿੱਚ ਲੋਕਤੰਤਰੀ ਸਰਕਾਰ ਹੈ। ਭਾਰਤ ਵਿੱਚ ਪ੍ਰਤੀਨਿਧੀ ਲੋਕਤੰਤਰ ਹੈ। ਸਾਡੇ ਭਾਰਤ ਵਿੱਚ ਇਨਡਾਇਰੈਕਟ ਡੈਮੋਕ੍ਰੇਸੀ ਹੈ, ਪ੍ਰਤੱਖ ਨਹੀਂ, ਅਪ੍ਰਤੱਖ ਹੈ। ਸਹੀ ਜਾਂ ਗਲਤ? ਲੋਕਾਂ ਵੱਲੋਂ ਚੁਣੇ ਗਏ ਪ੍ਰਤੀਨਿਧ ਕਾਨੂੰਨ ਬਣਾਉਂਦੇ ਹਨ। ਭਾਰਤ ਵਿੱਚ ਚੋਣ ਕਮਿਸ਼ਨ ਕੇਵਲ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਹੀ ਕਰਾਉਂਦਾ ਹੈ। ਗਲਤ। ਉਹ ਸਾਰੀਆਂ ਚੋਣਾਂ ਕਰਾਉਂਦਾ ਗਾ। ਉਹ ਸੰਸਦ, ਰਾਜ ਵਿਧਾਨ ਸਭਾਵਾਂ ਦੀਆਂ ਅਤੇ ਲੋਕਲ ਜੋ ਵੀ ਚੋਣਾਂ ਹੁੰਦੀਆਂ ਨੇ ਉਹ ਚੋਣ ਕਮਿਸ਼ਨ ਕਰਾਉਂਦਾ ਹੈ। ਅਸੀਂ ਅੱਜ ਦੀ ਇਸ ਵੀਡੀਓ ਰਾਹੀਂ ਸ਼੍ਰੇਣੀ 7ਵੀਂ 3 ਜੁਲਾਈ 2020 ਡੇਲੀ ਡੋਜ਼ ਦਾ ਕੰਮ ਕੀਤਾ ਹੈ। ਵੀਡੀਓ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਸ਼ੇਅਰ ਕੀਤੀ ਜਾਵੇ ਤਾਂ ਜੋ ਉਹਨਾਂ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ। ਧੰਨਵਾਦ।